Good morning students. Today we are going to cover a new topic, cost classification. As we know that there are various types of cost. Then firstly, by nature or elements or analytical classification. According to the nature, the costs are divided into three categories: material, labor and expenses. Then there can be sub classification. Then if we talk about functions, then it can be considered as functional classification. Then on the basis of manufacturing and production. then commercial ਕਿਵੇਂ ਹੁੰਦਾ, ਜਿਵੇਂ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਵਗੈਰਾ ਹੋ ਗਏ, ਉਹਨਾਂ 'ਤੇ ਕੋਈ ਪਲਾਨਸ ਪੋਲਿਸੀਜ਼ 'ਤੇ ਕੋਸਟ ਲੱਗਦੀ, ਆਪਾਂ ਨੂੰ ਕੀ ਕਹਿ ਸਕਦੇ ਹਾਂ, ਕਮਰਸ਼ੀਅਲ ਕੋਸਟ ਕਹਿ ਸਕਦੇ। ਇੱਕ ਹੁੰਦੀ ਆ ਪ੍ਰੋਡਕਟ ਕੋਸਟ, ਇੱਕ ਹੁੰਦੀ ਹੈ ਪੀਰੀਅਡ ਕੋਸਟ। ਜਿਹੜੀ ਤਾਂ ਪ੍ਰੋਡਕਟ ਕੋਸਟ ਹੁੰਦੀ ਆ ਉਹ ਫਿਕਸ ਨਹੀਂ ਹੁੰਦੀ ਹੈਗੀ, ਬਟ ਜਿਹੜੀ ਪੀਰੀਅਡ ਕੋਸਟ ਹੁੰਦੀ ਉਹ ਕੀ ਹੁੰਦੀ ਹੈ, ਫਿਕਸ ਇਨ ਨੇਚਰ ਹੁੰਦੀ ਹੈ, ਪਰਮਾਨੈਂਟ ਇਨ ਨੇਚਰ ਹੁੰਦੀ ਹੈ। ਦੈਨ ਨੈਕਸਟ ਆਪਣੇ ਕੋਲ ਫਿਕਸਡ ਕੋਸਟ। Fixed cost described as those costs which remains fixed in total amount with increase or decrease in the volume of output or productive activity for a given period। ਦੇਖੋ ਫਿਕਸਡ ਕੋਸਟ ਇਹ ਹੁੰਦੀ ਵੀ ਬੇਸ਼ੱਕ ਤੁਸੀਂ 1 ਯੂਨਿਟ ਪ੍ਰੋਡਿਊਸ ਕਰ ਲਓ, ਬੇਸ਼ੱਕ ਤੁਸੀਂ 10 ਯੂਨਿਟਸ ਪ੍ਰੋਡਿਊਸ ਕਰ ਲਓ, ਫਿਕਸਡ ਕੋਸਟ ਜਿਹੜੀ ਉਹ ਤੁਹਾਨੂੰ ਇਨਕਰ ਹੋਣੀ ਹੀ ਹੋਣੀ ਹੈ। ਜੇ ਆਪਾਂ ਗੱਲ ਕਰੀਏ ਐਗਜ਼ਾਮਪਲ ਦੀ ਵੀ ਫਿਕਸਡ ਕੋਸਟ ਵੀ ਕਿਉਂ ਲੱਗਦੀ ਹੈ, ਜਦੋਂ ਆਪਾਂ ਪ੍ਰੋਡਕਸ਼ਨ ਹੀ ਨਹੀਂ ਕਰ ਰਹੇ ਵੀ ਫਿਕਸਡ ਕੋਸਟ ਕਿਵੇਂ ਲੱਗੇਗੀ। ਤਾਂ ਜੇ ਆਪਾਂ ਗੱਲ ਕਰੀਏ, ਦੇਖੋ ਫੈਕਟਰੀ ਦੇ ਵਿੱਚ ਕੁਛ ਆਪਾਂ ਪ੍ਰੋਡਕਟ ਮੈਨੂਫੈਕਚਰ ਕਰ ਰਹੇ ਹਾਂ, ਕੋਈ ਪ੍ਰੋਡਕਸ਼ਨ ਕਰ ਰਹੇ ਹਾਂ, ਤਾਂ ਫਿਕਸਡ ਕੋਸਟ ਕਿਹਦੇ ਉੱਪਰ ਲੱਗਦੀ, ਜਿਵੇਂ ਦੇਖੋ ਫੈਕਟਰੀ ਦਾ ਰੈਂਟ ਹੋ ਗਿਆ, ਬਿਲਡਿੰਗ ਦਾ ਰੈਂਟ ਹੋ ਗਿਆ, ਲਾ ਲਓ ਲਾਈਟਿੰਗ ਵਗੈਰਾ ਨਾ, ਤਾਂ ਇਹ ਸਾਰਾ ਕੁਛ ਕੀ ਹੋਏਗਾ, ਫਿਕਸ ਇਨ ਨੇਚਰ ਹੋਏਗਾ। ਭਾਵੇਂ ਤੁਸੀਂ 1 ਯੂਨਿਟ ਪ੍ਰੋਡਿਊਸ ਕਰ ਲਓ, ਭਾਵੇਂ ਤੁਸੀਂ 10 ਯੂਨਿਟਸ ਪ੍ਰੋਡਿਊਸ ਕਰ ਲਓ, ਤਾਂ ਫਿਕਸਡ ਕੋਸਟ ਆਪਣੀ ਕੀ ਹੁੰਦੀ ਹੈ, ਰਿਮੇਨਸ ਕਾਂਸਟੈਂਟ ਐਟ all levels of the production। ਤਾਂ ਜਿਹੜੀ ਫਿਕਸਡ ਕੋਸਟ ਹੈ ਇਹਨੂੰ ਕੀ ਕਰਨਾ ਪੈਂਦਾ, ਬੀਅਰ ਕਰਨਾ ਪੈਂਦਾ ਇੱਕ ਮੈਨੂਫੈਕਚਰਰ ਨੂੰ। ਤਾਂ ਫਿਕਸਡ ਕੋਸਟ ਜਿਹੜੀ ਫਰਦਰ ਹੋ ਸਕਦੀ ਹੈ ਟੋਟਲ ਫਿਕਸਡ ਕੋਸਟ। ਤਾਂ ਟੋਟਲ ਦੇ ਵਿੱਚ ਆਪਣੀ ਕੀ ਹੋ ਸਕਦੀ ਹੈ, ਐਵਰੇਜ ਫਿਕਸਡ ਕੋਸਟ ਪਲੱਸ ਐਵਰੇਜ ਵੇਰੀਏਬਲ ਕੋਸਟ। ਤਾਂ ਤੁਹਾਡੀ ਬੁੱਕ ਦੇ ਵਿੱਚ ਕੀ ਹੈ, ਸਿਰਫ ਇੱਕ ਫਿਕਸਡ ਕੋਸਟ ਦਾ ਮੀਨਿੰਗ ਦਿੱਤਾ ਹੋਇਆ ਹੈ। ਮੈਂ ਤੁਹਾਨੂੰ ਵੈਸੇ ਹੀ ਦੱਸ ਰਹੀ ਹਾਂ ਵੀ ਫਿਕਸਡ ਕੋਸਟ ਇਕੱਲੀ ਫਿਕਸਡ ਕੋਸਟ ਨਹੀਂ ਹੁੰਦੀ, ਐਵਰੇਜ ਫਿਕਸਡ ਕੋਸਟ ਵੀ ਹੁੰਦੀ ਹੈ ਅਤੇ ਐਵਰੇਜ ਵੇਰੀਏਬਲ ਕੋਸਟ ਵੀ ਹੁੰਦੀ ਹੈ। ਮੀਨਸ ਜਿਹੜੀ ਫਿਕਸਡ ਕੋਸਟ ਹੈ ਇਹ ਕੰਬੀਨੇਸ਼ਨ ਹੁੰਦੀ ਹੈ ਦੋਨੋਂ ਕੋਸਟਸ ਦਾ। ਦੈਨ ਕਮਿਟਡ ਕੋਸਟ, ਦੀਜ਼ ਕੋਸਟ ਆਰ ਦੀ ਰਿਜ਼ਲਟ ਆਫ ਇਨਵਾਈਟੇਬਲ ਕੌਨਸੀਕੁਐਂਸ ਆਫ ਕਮਿਟਮੈਂਟਸ ਪ੍ਰੀਵੀਅਸਲੀ ਮੇਡ ਔਰ ਆਰ ਇਨਕਰਡ ਟੂ ਮੇਨਟੇਨ ਸਰਟੇਨ ਫੈਸਿਲਿਟੀਜ਼ ਐਂਡ ਕੈਨ ਨਾਟ ਬੀ ਕੁਇਕਲੀ ਐਲੀਮੀਨੇਟਡ। ਮੀਨਸ ਕੀ ਹੈ ਵੀ ਜਿਨ੍ਹਾਂ ਨੂੰ ਆਪਾਂ ਕਿਸੇ ਨਾ ਕਿਸੇ ਫੈਸਿਲਿਟੀ ਦੇ ਲਈ ਇਨਕਰ ਕਰਨਾ ਪੈਂਦਾ ਅਤੇ ਆਪਾਂ ਐਟ ਆ ਟਾਈਮ ਇਹਨਾਂ ਨੂੰ ਕੀ ਨਹੀਂ ਕਰ ਸਕਦੇ ਹੈਗੇ, ਐਲੀਮੀਨੇਟ ਵੀ ਨਹੀਂ ਕਰ ਸਕਦੇ, ਰਿਡਿਊਸ ਨਹੀਂ ਕਰ ਸਕਦੇ। ਜਿਵੇਂ ਦੇਖੋ ਮੈਨੇਜਮੈਂਟ ਹੈਜ਼ ਲਿਟਲ ਔਰ ਨੋ ਡਿਸਕ੍ਰਿਸ਼ਨ ਸਚ ਟਾਈਪ ਆਫ ਕੋਸਟ ਲਾਈਕ ਰੈਂਟ, ਇੰਸ਼ੋਰੈਂਸ, ਡੈਪੋਜੀਸ਼ਨ। ਮੈਨੇਜਮੈਂਟ ਦੇ ਹੱਥ ਦੇ ਵਿੱਚ ਨਹੀਂ, ਅਨਕੰਟਰੋਲੇਬਲ ਨੇ ਇਹ। ਕਿਉਂਕਿ ਦੇਖੋ ਮੈਨੇਜਮੈਂਟ ਦਾ ਇੰਸ਼ੋਰੈਂਸ 'ਤੇ ਕੀ ਕੰਟਰੋਲ ਹੋ ਸਕਦਾ, ਇੰਸ਼ੋਰੈਂਸ ਦਾ ਕੀ ਪਤਾ ਆਪਾਂ ਨੂੰ ਕਿਹੜੇ ਟਾਈਮ ਕਿਹੜੀ ਐਮਰਜੈਂਸੀ ਹੈ ਜਿਹੜੀ ਅਰਾਈਜ਼ ਹੋ ਜਾਵੇ। ਦੈਨ ਪੋਲਿਸੀ ਐਂਡ ਮੈਨੇਜਡ, ਪੋਲਿਸੀਜ਼ ਕੀ ਹੁੰਦੇ ਨੇ, ਆਪਣੇ ਪ੍ਰੀ ਪਲਾਨ ਆਬਜੈਕਟਿਵਸ, ਆਈ ਕੋਸਟ ਹੋਏਗੀ ਮੈਨੇਜਡ ਕੋਸਟ। ਦੈਨ ਡਿਸਕ੍ਰਿਸ਼ਨਰੀ ਕੋਸਟ, ਡਿਸਕ੍ਰਿਸ਼ਨਰੀ ਕੋਸਟ ਹੁੰਦੀ ਹੈਗੀ ਆਊਟ ਆਫ ਦੀ ਆਪਰੇਸ਼ਨਸ ਕੋਸਟ। ਮੀਨਸ ਆਪਰੇਸ਼ਨਲ ਕੰਸੈਪਟਸ ਤੋਂ ਜਿਹੜੀ ਅਗੇਂਸਟ ਕੋਸਟ ਆਪਾਂ ਨੂੰ ਉਸ ਨੂੰ ਡਿਸਕ੍ਰਿਸ਼ਨਰੀ ਕੋਸਟ ਕਹਿ ਸਕਦੇ ਹਾਂ। ਦੀਜ਼ ਕੋਸਟ ਆਰ ਨਾਟ ਰਿਲੇਟਡ ਟੂ ਆਪਰੇਸ਼ਨ ਬਟ ਕੈਨ ਬੀ ਕੰਟਰੋਲਡ ਬਾਈ ਦੀ ਮੈਨੇਜਮੈਂਟ। ਦੈਨ ਸਟੈਪ ਕੋਸਟ, ਜਿਉਂ ਆਪਾਂ ਸਟੈਪਸ ਦੇ ਅੱਗੇ ਇਨਕਰੀਜ਼ ਹੋਏ ਜਾਂਦੇ ਆਪਣੇ ਕੋਸਟ ਇਨਕਰੀਜ਼ ਹੁੰਦੀ ਰਹਿੰਦੀ ਹੈ। ਵੇਰੀਏਬਲ ਕੋਸਟ ਕਿਹੜੀ ਹੈ, ਜਿਹੜੀ ਪ੍ਰੋਡਕਸ਼ਨ ਦੇ ਅਕੋਰਡਿੰਗ ਕੀ ਕਰ ਜਾਂਦੀ ਹੈ, ਵੈਰੀ ਕਰ ਜਾਂਦੀ ਹੈ। ਦੈਨ ਨੈਕਸਟ ਇਜ਼ ਸੈਮੀ ਵੇਰੀਏਬਲ। ਸੈਮੀ ਵੇਰੀਏਬਲ ਕੀ ਹੁੰਦੀ ਹੈ, ਇਟ ਇਜ਼ ਕੰਬੀਨੇਸ਼ਨ ਆਫ ਬੋਥ ਫਿਕਸਡ ਐਂਡ ਵੇਰੀਏਬਲ। ਜਿਹੜੀ ਕੁਛ ਹੱਦ ਤੱਕ ਕੀ ਰਹਿੰਦੀ ਹੈ, ਫਿਕਸ ਰਹਿੰਦੀ ਹੈ, ਉਸ ਤੋਂ ਬਾਅਦ ਕੀ ਹੋਣਾ ਸਟਾਰਟ ਹੋ ਜਾਂਦੀ ਹੈ, ਵੈਰੀ ਕਰਨਾ ਸਟਾਰਟ ਕਰ ਦਿੰਦੀ ਹੈ। ਦੈਨ ਕੰਟਰੋਲੇਬਲ ਅਤੇ ਅਨਕੰਟਰੋਲੇਬਲ, ਜਿਨ੍ਹਾਂ 'ਤੇ ਆਪਣਾ ਕੰਟਰੋਲ ਹੋ ਸਕਦਾ, ਜਿਵੇਂ ਮਟੀਰੀਅਲ, ਲੇਬਰ, ਆਪਾਂ ਦੇਖੋ ਉਹਨੂੰ ਜਿਹੜੀ ਉਹਦੀ ਯੂਟੀਲਾਈਜੇਸ਼ਨ ਪ੍ਰੋਪਰ ਕਰਾਂਗੇ ਤਾਂ ਕੰਟਰੋਲ ਕਰ ਪਾਵਾਂਗੇ, ਤਾਂ ਉਹ ਕੰਟਰੋਲੇਬਲ ਹੈ। ਅਨਕੰਟਰੋਲੇਬਲ ਹੋ ਗਏ, ਜਿਵੇਂ ਦੇਖੋ ਜੇ ਆਪਾਂ ਗੱਲ ਕਰੀਏ ਅਨਕੰਟਰੋਲੇਬਲ ਕਿਹੜੇ ਹੋ ਗਏ, ਐਕਸਟਰਨਲ ਇਨਵਾਇਰਮੈਂਟ ਦੇ ਫੈਕਟਰਸ ਲਾਈਕ ਲੀਗਲ, ਇਕੋਨੋਮਿਕਲ, ਪੋਲੀਟੀਕਲ, ਇਹ ਸਾਰੇ ਕੀ ਨੇ ਆਪਣੇ ਐਕਸਟਰਨਲ ਨੇ, ਤਾਂ ਕਰਕੇ ਕਿੰਨੇ ਅਨਕੰਟਰੋਲੇਬਲ ਨੇ। ਦੈਨ ਨੋਰਮਲ ਕੋਸਟ ਕਿਹੜੀ ਹੁੰਦੀ ਹੈ, ਜਿਹੜੀ ਡੇ ਟੂ ਡੇ ਲੱਗਦੀ ਹੈ। ਐਬ ਨੋਰਮਲ ਕਿਹੜੀ ਹੁੰਦੀ ਹੈ, ਜਿਹੜੀ ਨੋਰਮਲ ਤੋਂ ਵੀ ਉੱਪਰ, ਮੀਨਸ ਆਪਣੀਆਂ ਐਕਸਪੈਕਟੇਸ਼ਨਸ ਤੋਂ ਵੀ ਕੋਈ ਜ਼ਿਆਦਾ ਇਨਕਰ ਹੋ ਜਾਣਾ ਆਪਾਂ ਨੂੰ ਕੋਸਟ ਨੂੰ, ਆਪਣੀ ਕਿਹੜੀ ਕੋਸਟ ਹੈ, ਐਬ ਨੋਰਮਲ ਕੋਸਟ। ਦੈਨ ਹਿਸਟੋਰੀਕਲ ਕਿਹੜੀ ਹੁੰਦੀ ਹੈ, ਪਾਸ ਦੇ ਵਿੱਚ ਇਨਕਰ ਹੋਈ ਕੋਸਟ। ਦੈਨ ਪ੍ਰੀ ਡਿਟਰਮਾਈਨਡ, ਜੋ ਆਪਾਂ ਐਡਵਾਂਸ ਦੇ ਵਿੱਚ ਉਹਨੂੰ ਕੀ ਕਰ ਲੈਂਦੇ ਹਾਂ, ਮੈਂਸ਼ਨ ਕਰ ਲੈਂਦੇ ਹਾਂ, ਬੁੱਕਸ ਆਫ ਅਕਾਊਂਟਸ ਦੇ ਵਿੱਚ ਉਹਨੂੰ ਡਿਟਰਮਾਈਨ ਕਰ ਲੈਂਦੇ ਹਾਂ। ਦੈਨ ਬਜਟਡ ਕੋਸਟ, ਬਜਟਡ ਕੀ ਹੁੰਦਾ ਹੈ, ਕੁਆਂਟੀਟਿਵ ਐਕਸਪ੍ਰੈਸ਼ਨ ਹੁੰਦਾ ਫਿਊਚਰ ਪਲਾਨ ਦਾ। ਤਾਂ ਬਜਟਡ ਕੋਸਟ ਕੀ ਹੈ ਵੀ ਇੱਕ ਬਜਟ ਨੂੰ ਪ੍ਰੀਪੇਅਰ ਕਰਨ ਦੇ ਟਾਈਮ ਜਿੰਨੀ ਵੀ ਕੋਸਟ ਇਨਕਰ ਹੋਈ ਉਹ ਸਾਰੀ ਕੋਸਟ ਕੀ ਤੁਹਾਡੀ ਬਜਟਡ ਕੋਸਟ ਹੈ। ਸਟੈਂਡਰਡ ਵੀ ਸੇਮ ਹੁੰਦਾ, ਵੀ ਸਟੈਂਡਰਡ ਆਪਾਂ ਕਿਉਂ ਕਰਦੇ ਹੁੰਦੇ ਹਾਂ, ਸਟੈਂਡਰਡ ਕੋਸਟਿੰਗ ਆਪਾਂ ਤਾਂ ਕਰਦੇ ਹਾਂ ਕਿਉਂਕਿ ਆਪਾਂ ਇੱਕ ਪਹਿਲਾਂ ਹੀ ਕਰਾਈਟੇਰੀਆ ਸੈੱਟ ਕਰ ਲੈਂਦੇ ਹਾਂ ਵੀ ਜੇ ਆਪਣੀ ਕੋਸਟ ਜਿਹੜੀ ਇਸ ਤੋਂ ਵੱਧ ਜਾਂ ਘੱਟ ਹੋਏਗੀ ਤਾਂ ਆਪਾਂ ਕੀ ਕਰਾਂਗੇ, ਕਰੈਕਟਿਵ ਐਕਸ਼ਨਸ ਲੈ ਲਵਾਂਗੇ। ਦੈਨ ਪ੍ਰੋਡਕਟ ਕੋਸਟ ਕਿਹਦੇ ਨਾਲ ਰਿਲੇਟ ਕਰਦੀ ਹੈ, ਪਰਚੇਸ ਸੇਲ ਨਾਲ। ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਪ੍ਰੋਡਕਟ ਕੋਸਟ ਜਿਹੜੀ ਉਹ ਫਿਕਸ ਨਹੀਂ ਹੁੰਦੀ ਨੇਚਰ ਦੇ ਵਿੱਚ, ਉਹ ਤਾਂ ਪ੍ਰੋਡਕਟ ਦੇ ਅਕੋਰਡਿੰਗ ਵੈਰੀ ਕਰਦੀ ਰਹਿੰਦੀ ਹੈ। ਦੈਨ ਪੀਰੀਅਡ ਕੋਸਟ ਜਿਹੜੀ ਉਹ ਕਿਹੜੀ ਕੋਸਟ ਹੁੰਦੀ ਹੈਗੀ,
ਉਹ ਇੱਕ ਪਾਰਟੀਕੂਲਰ ਟਾਈਮ ਦੇ ਬੇਸਿਸ 'ਤੇ ਹੁੰਦੀ ਹੈ, ਕਿਸੇ ਪ੍ਰੋਡਕਟ ਦੇ ਬੇਸਿਸ 'ਤੇ ਨਹੀਂ ਹੁੰਦੀ, ਤਾਂ ਕਰਕੇ ਉਹ ਕੀ ਹੁੰਦੀ ਹੈ, ਫਿਕਸ ਹੁੰਦੀ ਹੈ। ਦੈਨ ਆਪਣੇ ਕੋਲ ਹੈ ਮੈਨੇਜੀਰੀਅਲ ਡਿਸੀਜ਼ਨ ਦੇ ਬੇਸਿਸ 'ਤੇ ਮਾਰਜਨਲ ਕਿਹੜੀ ਹੁੰਦੀ ਹੈ, TUN ਮਾਈਨਸ TUN ਮਾਈਨਸ 1 ਮੀਨਸ ਕੀ ਹੈ, ਸਪੋਜ਼ ਕਰੋ ਇੱਕ ਪ੍ਰੋਡਕਟ ਬਣਾਉਣ ਤੋਂ ਪਹਿਲਾਂ 10 ਰੁਪੀਜ਼ ਕਾਸਟ ਆ ਰਹੀ ਸੀ, ਹੁਣ 15, ਤਾਂ ਕਿੰਨੇ ਦਾ ਚੇਂਜ ਆਇਆ ਵਿੱਚ 5 ਰੁਪੀਜ਼ ਹੈ, 5 ਤੁਹਾਡਾ ਕੀ ਹੈ, ਮਾਰਜਨਲ ਕਾਸਟ ਹੈ। ਆਊਟ ਆਫ ਪੋਕਟ ਜਿਹੜੀ ਤੁਹਾਨੂੰ ਆਪਣੇ ਆਪ ਕਰਨੀ ਪੈਂਦੀ ਹੈ। ਡਿਫਰੈਂਸ਼ੀਅਲ ਕਿਹੜੀ ਹੋਊਗੀ ਵੀ ਹਰ ਇੱਕ ਯੂਨਿਟ 'ਤੇ ਆਪਾਂ ਆਈਡੈਂਟੀਫਾਈ ਕਰ ਲੈਂਦੇ ਹਾਂ ਕਾਸਟ ਨੂੰ। ਦੈਨ ਆਪਣੇ ਕੋਲ ਕਿਹੜੀ ਹੈ, ਸੰਕ ਕਾਸਟ, ਜਿਹੜੀ ਕੀ ਹੈ ਰੈਲੀਵੈਂਟ ਨਹੀਂ ਹੁੰਦੀ, ਇਰੈਲੀਵੈਂਟ ਕਾਸਟ ਤੁਹਾਡੀ ਕਿਹੜੀ ਹੈ, ਸੰਕ ਕਾਸਟ ਮੀਨਸ ਇਹ ਇਰੈਲੀਵੈਂਟ ਹੈ, ਇਹਨੂੰ ਆਪਾਂ ਕਿਤੇ ਵੀ ਕੰਸੀਡਰ ਨਹੀਂ ਕਰਦੇ। ਸੰਕ ਕਾਸਟ ਇਜ਼ ਐਨ ਇਰਿਕਵਰੇਬਲ ਕਾਸਟ ਐਂਡ ਇਟ ਇਜ਼ ਕਾਸਡ ਬਾਈ ਕੰਪਲੀਟ ਅਬੈਂਡਨਮੈਂਟ ਆਫ ਏ ਪਲਾਂਟ। ਅਬੈਂਡਨਮੈਂਟ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਡਿਲੀਟ ਕਰ ਦੇਣਾ। ਜਿਵੇਂ ਜੇ ਆਪਾਂ ਗੱਲ ਕਰੀਏ, ਸਪੋਜ਼ ਆਪਾਂ ਮੰਨ ਲਓ 5 ਪ੍ਰੋਡਕਟਸ ਪ੍ਰੋਡਿਊਸ ਕਰ ਰਹੇ ਸੀ, ਇੱਕ ਪ੍ਰੋਡਕਟ ਆਪਾਂ ਨੇ ਅਬੈਂਡਨ ਕਰਤਾ, ਡਿਲੀਟ ਕਰਤਾ ਪ੍ਰੋਡਕਟ ਲਾਈਨ ਦੇ ਵਿੱਚੋਂ, ਤਾਂ ਜਿਹੜੀ ਕਾਸਟ ਆਊਗੀ ਉਹ ਕਿਹੜੀ ਕਾਸਟ ਹੈ, ਸੰਕ ਕਾਸਟ ਹੈ, ਇਰੈਲੀਵੈਂਟ ਕਾਸਟ ਹੈ। ਦੈਨ ਇੰਪਿਊਟਡ ਔਰ ਨੋਸ਼ਨਲ, ਇੰਪਿਊਟਡ ਮੀਨਸ ਕਿਹੜੀ ਹੋ ਗਈ, ਇੰਟਰਨਲ, ਅਤੇ ਨੋਸ਼ਨਲ ਕਿਹੜੀ ਹੋ ਜੂਗੀ ਆਪਣੀ ਅਪ ਟੂ ਇੰਟਰਨਲ। ਇੰਪਿਊਟਡ ਕਾਸਟ ਐਂਡ ਨੋਸ਼ਨਲ ਕਾਸਟ ਹੈਵ ਦੀ ਸੇਮ ਮੀਨਿੰਗ, ਦੀਸ ਕਾਸਟ ਆਰ ਨੋਸ਼ਨਲ ਇਨ ਨੇਚਰ ਐਂਡ ਡੋਂਟ ਇਨਵੋਲਵ ਐਨੀ ਕੈਸ਼ ਆਊਟਲੇ। ਇੰਪਿਊਟਡ ਹੈ, ਇੰਟਰਨਲ ਹੈ, ਤਾਂ ਕੋਈ ਵੀ ਕੈਸ਼ ਆਊਟਲੇ ਦੀ ਪੋਸੀਬਿਲਿਟੀ ਹੈ ਨਹੀਂ। ਦੈਨ ਨੈਕਸਟ ਇਜ਼ ਅਪੋਰਚੁਨਿਟੀ। ਅਪੋਰਚੁਨਿਟੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਕੀ ਕਰਦੇ ਹੋ, ਸੈਕਿੰਡ ਯੂਨਿਟ ਨੂੰ ਲੈਣ ਦੇ ਲਈ ਜਿਹੜੀ ਯੂਨਿਟ ਐਗਜ਼ਿਸਟਿੰਗ ਦੇ ਵਿੱਚ ਸੀ ਉਹਨੂੰ ਸੈਕਰੀਫਾਈਸ ਕਰ ਦਿੰਦੇ ਹੋ, ਤਾਂ ਸੈਕਿੰਡ ਯੂਨਿਟ 'ਤੇ ਪਹੁੰਚਣ ਦੇ ਲਈ ਜਿਹੜੀ ਕਾਸਟ ਲੱਗੀ ਅਪੋਰਚੁਨਿਟੀ ਕਾਸਟ ਹੈ। ਰਿਪਲੇਸਮੈਂਟ ਕੋਈ ਐਗਜ਼ਿਸਟਿੰਗ ਪਲਾਂਟ ਨੂੰ ਰਿਪਲੇਸ ਕਰਤਾ ਨਿਊ ਵਨ ਦੇ ਨਾਲ, ਤਾਂ ਕਾਸਟ ਰਾਈਜ਼ ਹੋਈ। ਅਵੋਇਡੇਬਲ ਜਿਹੜੀ ਕਰ ਸਕਦੇ, ਅਨਅਵੋਇਡੇਬਲ ਨਹੀਂ ਕਰ ਸਕਦੇ। ਦੈਨ ਐਕਸਪਲਿਸਟ ਇਜ਼ ਇੰਪਲਿਸਟ। ਐਕਸਪਲਿਸਟ ਕੀ ਹੁੰਦੀ, ਜਿਹੜੀ ਐਕਸਟਰਨਲ ਪਾਰਟੀਜ਼ ਦੇ ਉੱਪਰ ਲੱਗਦੀ ਹੈ। ਇੰਪਲਿਸਟ ਕਿਹੜੀ ਹੁੰਦੀ ਹੈ, ਜਿਹੜੀ ਇੰਟਰਨਲ ਰਾਈਜ਼ ਹੁੰਦੀ ਹੈ। ਤਾਂ ਆਪਾਂ ਨੈਕਸਟ ਕਲਾਸ 'ਚ ਕਰਾਂਗੇ ਨੈਕਸਟ ਟੌਪਿਕ।